How to write an effective essay. Whether you are GT student or academic student, this is a big question in our minds. ਸਾਨੂੰ ਸਾਰਿਆਂ ਨੂੰ ਬਹੁਤ ਚੈਲੰਜਿੰਗ ਲੱਗਦਾ ਕਿ ਐਸੇ ਅਸੀਂ ਪ੍ਰੋਪਰ ਕਿਸ ਤਰ੍ਹਾਂ ਲਿਖੀਏ, ਕੀ ਡੂਜ਼ ਕੀ ਡੋਂਟਸ ਹੋਣੇ ਚਾਹੀਦੇ ਨੇ ਇੱਕ ਐਸੇ ਦੇ ਵਿੱਚ. So yes learners, today I'm talking about the essay format, writing task 2. So hello everyone, this is Parneet. I hope you all are doing good. ਲਿਸਨ ਗਾਇਜ਼, ਜਦੋਂ ਵੀ ਐਸੇ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਆਇਲਸ ਦੀ ਪ੍ਰਿਪਰੇਸ਼ਨ ਤੋਂ ਪਹਿਲਾਂ ਹੀ ਸਾਨੂੰ ਪਤਾ ਹੋਣਾ what is the exact format. ਲਾਈਕ ਤੁਸੀਂ ਇੰਟਰੋਡਕਸ਼ਨ ਕਿਸ ਤਰ੍ਹਾਂ ਲਿਖਣੀ ਹੈ, ਕਿੰਨੇ ਬੋਡੀ ਪੈਰਾਗ੍ਰਾਫਸ ਬਣਾ ਕੇ ਆਉਣੇ ਹੈ ਐਂਡ ਕਨਕਲੂਜਨ ਕਿਸ ਤਰ੍ਹਾਂ ਲਿਖਣਾ ਹੈ. ਸੋ ਟੂਡੇ ਵੀ ਆਰ ਡਿਸਕਸਿੰਗ all these things, all these aspects. ਓਕੇ, ਇਹ ਸਾਨੂੰ ਹੁਣ ਸਾਰਿਆਂ ਨੂੰ ਪਤਾ ਹੈ. ਜਦੋਂ ਵੀ ਸਾਡੇ ਕੋਲ ਐਸੇ ਆਉਂਦਾ ਹੈ ਰਾਈਟਿੰਗ ਟਾਸਕ 2 ਦੇ ਵਿੱਚ ਆਉਂਦਾ ਹੈ, ਉਹਦੇ ਵਿੱਚ ਅਸੀਂ ਮੇਨ 4 ਪੈਰਾਗ੍ਰਾਫਸ ਬਣਾ ਕੇ ਆਉਣੇ ਆ. ਲਾਈਕ ਫਸਟ ਇਜ਼ ਇੰਟਰੋਡਕਸ਼ਨ, ਦੈਨ ਬੋਡੀ ਪੈਰਾਗ੍ਰਾਫ 1, ਬੋਡੀ ਪੈਰਾਗ੍ਰਾਫ 2 ਐਂਡ ਦੇ ਵਿੱਚ ਕਨਕਲੂਜਨ. ਸੋ ਇਹੀ ਮੇਨ ਫਾਰਮੈਟ ਹੈ ਜਿਹੜਾ ਚੱਲਦਾ ਆ ਰਿਹਾ. ਫਿਊ ਸਟੂਡੈਂਟਸ ਜਾਂ ਫਿਰ ਫਿਊ ਟੀਚਰਸ ਰਿਕਮੈਂਡ ਕਰਦੇ ਨੇ ਟੂ ਮੇਕ 3 ਬੋਡੀ ਪੈਰਾਗ੍ਰਾਫਸ. ਯੂ ਕੁਡ ਮੇਕ 4 ਬੋਡੀ ਪੈਰਾਗ੍ਰਾਫਸ, you could make 3 body paragraphs or 2 भी sufficient ਹੁੰਦੇ ਨੇ. ਫਾਈਨ, ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਔਰ on the type of the essay. essay ਦੀ ਟਾਈਪ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਕੁਐਸਚਨ ਉਹਨਾਂ ਨੇ ਪੁੱਛਿਆ, ਉਹਦੇ ਵਿੱਚ ਅਗਰੀ ਡਿਸਐਗਰੀ ਦੇ ਨਾਲ ਤੁਹਾਡਾ ਓਪੀਨੀਅਨ ਪੁੱਛਿਆ ਜਾਂ ਨਹੀਂ ਪੁੱਛਿਆ, ਪ੍ਰੋਬਲਮਸ ਪੁੱਛੀਆਂ ਨੇ ਕੱਲੀਆਂ, ਉਹਨਾਂ ਦੇ ਸੋਲਿਊਸ਼ਨਸ ਪੁੱਛੇ ਨੇ ਜਾਂ ਫਿਰ ਇਫੈਕਟਸ ਕਾਜ਼ਸ ਸੋਲਿਊਸ਼ਨਸ ਪੁੱਛੇ ਨੇ. ਠੀਕ ਹੈ, ਤਾਂ ਇਸ ਤਰ੍ਹਾਂ ਦੇ ਅਲੱਗ-ਅਲੱਗ ਟਾਈਪ ਆਫ ਐਸੇ ਹੁੰਦੇ ਨੇ. ਉਹ ਆਪਾਂ ਡਿਸਕਸ ਕਰਾਂਗੇ ਇਨ ਲੇਟਰ ਔਨ ਵੀਡੀਓ, ਜਿਹਦੇ ਵਿੱਚ ਆਈ ਟੈਲ ਯੂ ਆਲ ਦ ਡਿਫਰੈਂਟ ਟਾਈਪਸ ਕਿ ਐਗਜ਼ੈਕਟ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਪਰਫਾਰਮ ਕਰਕੇ ਆਓ. ਟੂਡੇ ਵਿਲ ਫੋਕਸ ਔਨ ਦ ਐਸੇ ਫਾਰਮੈਟ, ਲਾਈਕ ਤੁਸੀਂ ਕਿੰਨੇ ਪੈਰਾਗ੍ਰਾਫਸ ਬਣਾਓ, ਕਿੰਨੀ ਵਰਡ ਲਿਮਿਟ ਲਿਖ ਕੇ ਆਓ, ਕੀ ਕਿਸ ਤਰ੍ਹਾਂ ਕੀ ਚੀਜ਼ਾਂ ਉਹਦੇ ਵਿੱਚ ਲਿਖ ਕੇ ਆਓ, ਕੀ ਡੂਜ਼ ਨੇ ਕੀ ਡੋਂਟਸ ਨੇ. ਫਾਈਨ, ਓਕੇ. ਸੋ ਨੰਬਰ 1 ਇਜ਼ ਦ ਇੰਟਰੋਡਕਸ਼ਨ. ਇੰਟਰੋਡਕਸ਼ਨ ਤੋਂ ਪਹਿਲਾਂ ਜਦੋਂ ਵੀ ਸਾਡੇ ਕੋਲ ਇੱਕ ਐਸੇ ਆਉਂਦਾ ਹੈ, ਉਹਦੇ ਉੱਪਰ ਲਿਖਿਆ ਹੁੰਦਾ ਹੈ, ਐਸੇ ਲਿਖਿਆ ਹੁੰਦਾ ਹੈ ਯੂ ਸ਼ੁੱਡ ਰਾਈਟ ਐਟ ਲੀਸਟ 250 ਵਰਡਸ, ਹੈ ਨਾ, ਲਿਖਿਆ ਹੁੰਦਾ ਹੈ ਨਾ ਉਹਦੇ ਉੱਪਰ. ਮੀਨਸ ਉਹਨਾਂ ਨੇ ਇੱਕ ਮਿਨੀਮਮ ਵਰਡ ਲਿਮਿਟ ਨੂੰ ਸੈੱਟ ਕਰਤਾ, ਲਾਈਕ ਯੂ ਸ਼ੁੱਡ ਰਾਈਟ ਐਟ ਲੀਸਟ 250 ਵਰਡਸ. ਹੁਣ 250 ਵਰਡਸ ਤਾਂ ਐਟ ਲੀਸਟ ਤੁਹਾਨੂੰ ਲਿਖਣੇ ਹੀ ਲਿਖਣੇ ਪੈਣਗੇ. ਅਗਰ ਤੁਸੀਂ ਉਸ ਤੋਂ ਘੱਟ ਲਿਖ ਕੇ ਆਓਗੇ ਦੈਨ ਯੂ ਵਿਲ ਡੈਫੀਨੇਟਲੀ ਗੈਟ ਅ ਪੈਨਲਟੀ, ਤਾਂ ਤੁਹਾਡਾ ਬੈਂਡ ਸਕੋਰ ਇਫੈਕਟ ਕਰੇਗਾ. ਠੀਕ ਹੈ, ਅਪਰ ਲਿਮਿਟ ਉਹਨਾਂ ਨੇ ਕੁਝ ਵੀ ਸੈੱਟ ਨਹੀਂ ਕੀਤੀ. ਅਪਰ ਲਿਮਿਟ ਦੇ ਲਈ ਤੁਸੀਂ 300 ਤੱਕ ਜਾ ਸਕਦੇ ਹੋ, ਹੈ ਨਾ, 350 ਤੱਕ ਜਾ ਸਕਦੇ ਹੋ, ਔਰ ਈਵਨ ਯੂ ਕੁਡ ਰਾਈਟ 400 ਵਰਡਸ. ਇਫ ਯੂ ਆਰ ਅ GT ਸਟੂਡੈਂਟਸ ਦੈਨ ਆਈ ਸੁਜੈਸਟ ਕਿ 400 ਵਰਡਸ ਤੱਕ ਲਿਖ ਕੇ ਆਓ. ਠੀਕ ਹੈ, ਬਿਕਾਜ਼ ਉਹ ਰਿਕੁਆਇਰਮੈਂਟ ਹੁੰਦੀ ਹੈ. GT ਸਟੂਡੈਂਟਸ ਬਹੁਤ ਵਧੀਆ ਤਰੀਕੇ ਨਾਲ ਇਲੈਬੋਰੇਟ ਕਰ ਪਾਉਂਦੇ ਨੇ ਚੀਜ਼ਾਂ ਨੂੰ. ਠੀਕ ਹੈ, ਤਾਂ 400 ਵਰਡਸ ਤੱਕ ਜੋ ਤੁਸੀਂ ਲਿਖ ਕੇ ਆਓਗੇ ਤਾਂ ਪ੍ਰੋਪਰ ਇਲੈਬੋਰੇਸ਼ਨ ਮੰਨੀ ਜਾਏਗੀ ਐਂਡ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਇਨਕਲੂਡ ਹੋਣਗੀਆਂ what examiner expect from you guys. Fine, so this was the word limit. Now ਨੰਬਰ 1 ਇਜ਼ ਦ ਇੰਟਰੋਡਕਸ਼ਨ. ਇੰਟਰੋਡਕਸ਼ਨ ਅਸੀਂ ਜਦੋਂ ਸਭ ਤੋਂ ਪਹਿਲਾਂ ਬਣਾਉਣੇ ਆ ਐਸੇ ਦੇ ਵਿੱਚ, ਇੰਟਰੋਡਕਸ਼ਨ ਹੁਣ ਕੀ ਹੁੰਦੀ ਹੈ? ਇੰਟਰੋਡਕਸ਼ਨ ਹੁੰਦੀ ਹੈ ਜਿਹਦੇ ਵਿੱਚ ਅਸੀਂ ਐਸੇ ਦੇ ਬਾਰੇ ਹਾਈਲਾਈਟਿੰਗ ਫੀਚਰਸ ਐਗਜ਼ਾਮੀਨਰ ਨੂੰ ਪ੍ਰੋਵਾਈਡ ਕਰ ਦਿੰਦੇ ਹਾਂ. ਮੀਨਸ ਅਸੀਂ ਉੱਥੇ ਐਗਜ਼ਾਮੀਨਰ ਨੂੰ ਸ਼ੋ ਕਰਦੇ ਹਾਂ ਡੈਟ ਇਜ਼ ਆਰ ਫਰਸਟ ਇੰਪ੍ਰੈਸ਼ਨ. ਐਂਡ ਗਾਈਜ਼ ਆਲਵੇਜ਼ ਰਿਮੈਂਬਰ ਫਰਸਟ ਇੰਪ੍ਰੈਸ਼ਨ ਇਜ਼ ਦ ਲਾਸਟ ਇੰਪ੍ਰੈਸ਼ਨ. ਫਾਈਨ, ਸੋ ਇੰਟਰੋਡਕਸ਼ਨ ਦੀਆਂ ਲਾਈਨਸ 5 to 6 or 6 to 7 ਲਾਈਨਸ ਯੂ ਕੁਡ ਰਾਈਟ and there should be 40 to 60 words in between. 40 ਲਿਖ ਕੇ ਆਓ, 45 50 60. ਇਸ ਤੋਂ ਜ਼ਿਆਦਾ ਲੰਬੀ ਇੰਟਰੋਡਕਸ਼ਨ ਨਾ ਲੈ ਕੇ ਜਾਓ. ਐਨੇ ਵਰਡਸ ਦੇ ਵਿੱਚ ਬਹੁਤ ਵਧੀਆ ਇੰਟਰੋਡਕਸ਼ਨ ਲਿਖੀ ਜਾ ਸਕਦੀ ਹੈ. ਠੀਕ ਹੈ, ਅਗਰ ਇਸ ਤੋਂ ਜ਼ਿਆਦਾ ਲਿਖ ਕੇ ਆਓਗੇ ਤਾਂ ਆਪਣਾ ਟਾਈਮ ਵੇਸਟ ਕਰੋਗੇ. ਫਿਰ ਜਿਹੜੇ ਬਾਕੀ ਦੀਆਂ ਚੀਜ਼ਾਂ ਹੋਣਗੀਆਂ BP1 BP2 ਉਹਨਾਂ ਦੇ ਲਈ ਟਾਈਮ ਨਹੀਂ ਹੋਏਗਾ ਤੁਹਾਡੇ ਕੋਲ. ਠੀਕ ਹੈ, ਯੂ ਵਿਲ ਡੈਫੀਨੇਟਲੀ ਰਨ ਆਊਟ ਆਫ ਟਾਈਮ. ਐਂਡ ਇਫ ਯੂ ਰਾਈਟ ਲੈਸ ਦੈਨ 40 ਵਰਡਸ ਫਿਰ ਇੰਟਰੋਡਕਸ਼ਨ ਇਨਕੰਪਲੀਟ ਲੱਗੇਗੀ, ਮਤਲਬ ਪ੍ਰੋਪਰ ਇਲੈਬੋਰੇਸ਼ਨ ਨਹੀਂ ਹੋਏਗਾ. ਐਗਜ਼ਾਮੀਨਰ ਦੇ ਮਾਈਂਡ ਦੇ ਵਿੱਚ ਪੜ੍ਹਦੇ ਇੱਕ ਡਾਊਟ, ਇੱਕ ਕੁਐਸਚਨ ਮਾਰਕ ਕ੍ਰੀਏਟ ਹੋ ਜਾਏਗਾ ਕਿ ਬੱਚਾ ਕੀ ਕਹਿਣਾ ਚਾਹ ਰਿਹਾ ਸੀ, ਉਹਨੂੰ ਨਹੀਂ ਕਲੀਅਰ ਹੋਏਗਾ. that highlighting feature which you want to tell to the examiner. Fine. Now introduction ਦੀਆਂ further subtypes ਹੁੰਦੀਆਂ ਨੇ. Number 1 is the general statement, then is paraphrase ਕਰਦੇ ਹਾਂ ਅਸੀਂ ਜਿਹੜੀ statement ਦਿੱਤੀ ਜਾਂਦੀ ਹੈ. Third one is the thesis. Now if I talk about general statement, it's sort of important for the academic students. And if you are a essay student ਤਾਂ general statement ਉੱਥੇ ਜ਼ਰੂਰ ਦੇਖੀ, because academic students mostly plus 2 ਵਾਲੇ students ਹੁੰਦੇ ਨੇ, ਹੈ ਨਾ, ਤਾਂ ਉਹ ਜਦੋਂ ਇੱਕ general statement ਤੋਂ start ਕਰਦੇ ਨੇ
ਉਹਨਾਂ ਨੂੰ ਵੀ ਇੱਕ ਕੌਨਫੀਡੈਂਸ ਹੁੰਦਾ ਤੇ ਉੱਥੇ ਕੰਫਰਟੇਬਲ ਫੀਲ ਕਰਦੇ ਨੇ ਕਿ ਮੈਂ ਹਾਂ ਇੱਕ ਵਧੀਆ ਸਟਾਰਟ ਕਰ ਰਿਹਾ, ਠੀਕ ਹੈ। ਸੋ ਐਕੈਡੈਮਿਕ ਸਟੂਡੈਂਟਸ ਜਨਰਲ ਸਟੇਟਮੈਂਟ ਪੱਕਾ ਦੇ ਕੇ ਆਓ, ਬਟ ਫॉर द जीटी स्टूडेंट्स ਜਨਰਲ ਸਟੇਟਮੈਂਟ ਇਜ਼ ਨਾਟ ਮੈਂਡੇਟਰੀ। ਤੁਸੀਂ ਡਾਇਰੈਕਟ ਸਟਾਰਟ ਕਰ ਸਕਦੇ ਹੋ ਪੈਰਾਫਰੇਜ਼ਿੰਗ ਤੋਂ, ਪੈਰਾਫਰੇਜ਼ਿੰਗ ਤੋਂ ਡਾਇਰੈਕਟ ਸਟਾਰਟ ਕਰੋ, ਦੈਨ ਇੱਕ ਵਧੀਆ ਥੀਸਿਸ ਪ੍ਰੋਵਾਈਡ ਕਰੋ, ਉਹ ਵੀ ਇੱਕ ਵਧੀਆ ਇੰਟਰੋਡਕਸ਼ਨ ਮੰਨੀ ਜਾਂਦੀ ਹੈ। ਫਾਈਨ। ਜਨਰਲ ਸਟੇਟਮੈਂਟ ਦੇ ਵਿੱਚ ਮੋਟੀ ਅਸੀਂ ਸਟੇਟਮੈਂਟ ਪ੍ਰੋਵਾਈਡ ਕਰ ਦਿੰਦੇ ਹਾਂ ਜਿਹਦੇ ਉੱਪਰ ਟੌਪਿਕ ਹੁੰਦਾ, ਟੌਪਿਕ ਦੀ ਕੁਐਸਚਨ ਸਟੇਟਮੈਂਟ ਨੂੰ ਪੜੋ, ਆਲਵੇਸ ਰੀਡ ਦ ਸਟੇਟਮੈਂਟ ਟਵਾਈਸ, ਫਿਰ ਉਹਦੇ ਵਿੱਚੋਂ ਕੀਵਰਡ ਕੱਢੋ, ਕੀਵਰਡ ਦੇ ਉੱਪਰ ਆਪਣੀ ਜਨਰਲ ਸਟੇਟਮੈਂਟ ਬਣਾ ਕੇ ਆਓ, ਠੀਕ ਹੈ। ਦੈਨ ਇਸ ਪੈਰਾਫਰੇਜ਼, ਜਿਹੜੀ ਸਾਨੂੰ ਕੁਐਸਚਨ ਦੀ ਸਟੇਟਮੈਂਟ ਆਉਂਦੀ ਹੈ ਨਾ, ਉਹਨੂੰ ਅਸੀਂ ਪੈਰਾਫਰੇਜ਼ ਕਰਕੇ ਆਉਣਾ। ਸੋ ਮਾਈ ਰਿਕਮੈਂਡੇਸ਼ਨ ਹੇਅਰ ਇਜ਼ ਆਲਵੇਜ਼ ਯੂਜ਼ ਪੈਸਿਵ ਸਟਰਕਚਰ ਵਾਈਲ ਪੈਰਾਫਰੇਜ਼ਿੰਗ ਦਾ ਕੁਐਸਚਨ ਸਟੇਟਮੈਂਟ। ਜਦੋਂ ਤੁਸੀਂ ਪੈਰਾਫਰੇਜ਼ਿੰਗ, ਪੈਸਿਵ ਸਟਰਕਚਰ, ਪੈਸਿਵ ਸੈਂਟੈਂਸਸ ਯੂਜ਼ ਕਰਕੇ ਬਣਾ ਕੇ ਆਉਂਗੇ, ਉੱਥੇ ਹੀ ਤੁਹਾਡਾ ਇੰਪ੍ਰੈਸ਼ਨ ਵਧੀਆ ਬਣਨਾ ਸਟਾਰਟ ਹੋ ਜਾਏਗਾ ਇਨ ਐਗਜ਼ਾਮਿਨਰਸ ਮਾਈਂਡ, ਹੈ ਨਾ। ਉਹਨੂੰ ਪਤਾ ਲੱਗੇਗਾ ਕਿ ਹਾਂ ਬੱਚੇ ਨੂੰ ਕੁਝ ਆਉਂਦਾ ਹੈ, ਬੱਚੇ ਨੂੰ ਵਧੀਆ ਤਰੀਕੇ ਨਾਲ ਸੈਂਟੈਂਸਸ ਨੂੰ ਮੋਲਡ ਕਰਨਾ ਆਉਂਦਾ ਹੈ, ਬੱਚੇ ਨੂੰ ਪਤਾ ਹੈ ਕਿੱਥੇ ਕਿਹੜਾ ਸਟਰਕਚਰ ਪਾਉਣਾ ਹੈ। ਸੋ ਦੈਟ ਇਜ਼ very important and for the GT students it's a must kind thing कि तुसी passive structure ही use करके आओ। Then comes to the thesis। Remember guys, thesis is the backbone of any essay, whether you are academic student or GT student। thesis ਨੂੰ ਬਹੁਤ ਵਧੀਆ ਤਰੀਕੇ ਨਾਲ proper elaboration ਕਰੋ, ਹੈ ਨਾ। ਇਹ ਨਹੀਂ ਲਿਖ ਕੇ ਆਉਣਾ ਕਿ I give the merits, demerits ਜਾਂ ਕੁਝ ਵੀ ਤੁਹਾਨੂੰ ਆਇਆ ਉਹ in the following paragraphs, in the upcoming paragraphs। however if you are academic student and ਇੰਨੇ capable ਨਹੀਂ ਹੋ ਤਾਂ ਲਿਖ ਕੇ ਆ ਸਕਦੇ ਹੋ, then it's good। 6.5 bands ਤੁਹਾਡੇ ਆ ਜਾਣਗੇ। however if you are aiming for 7+ ਤਾਂ ਇਹ ਲਾਈਨਸ ਥੀਸਿਸ ਦੇ ਵਿੱਚ ਲਿਖ ਕੇ ਕਦੇ ਵੀ ਤੁਹਾਡਾ 7 ਔਰ 7+ ਬੈਂਡ ਸਕੋਰ ਨਹੀਂ ਆਏਗਾ। ਥੀਸਿਸ ਦੇ ਵਿੱਚ ਐਗਜ਼ਾਮੀਨਰ ਵਾਂਟਸ ਯੂ ਟੂ ਰਾਈਟ ਦ ਹਾਈਲਾਈਟਿੰਗ ਫੀਚਰ। ਨਾਓ ਹਾਈਲਾਈਟਿੰਗ ਫੀਚਰਸ ਕੀ ਹੁੰਦੇ ਨੇ, ਲਾਈਕ ਤੁਸੀਂ BP1 ਦੇ ਵਿੱਚ suppose in BP1 you are writing 2 ideas and again in BP2 you are writing 2 ideas, ਠੀਕ ਹੈ। ਇਹਦਾ ਜਿਹੜਾ ਫਸਟ ਮੇਨ ਆਈਡੀਆ ਤੇ ਇਹਦਾ ਜਿਹੜਾ ਫਸਟ ਮੇਨ ਆਈਡੀਆ, ਉਹ ਹਾਈਲਾਈਟਿੰਗ ਫੀਚਰ ਤੁਸੀਂ ਇੱਥੇ ਪ੍ਰੋਵਾਈਡ ਕਰਕੇ ਆਓ। ਐਗਜ਼ਾਮੀਨਰ ਨੂੰ ਇੱਥੇ ਹੀ ਸ਼ੋ ਕਰ ਦਿਓ what you are going to write in your body paragraphs। ਫਰਦਰ ਐਸੇ ਦੇ ਵਿੱਚ ਤੁਸੀਂ ਕੀ ਲਿਖ ਕੇ ਆ ਰਹੇ ਹੋ। ਐਂਡ ਫॉर GT ਸਟੂਡੈਂਟਸ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਹੈ, ਮੈਂ ਕਹੂੰਗੀ ਇਹ ਲਾਈਨਸ ਬਿਲਕੁਲ ਨਾ ਯੂਜ਼ ਕਰੋ in the following paragraphs, in the upcoming paragraphs, ਠੀਕ ਹੈ। ਇਹ ਨੈਗੇਟਿਵ ਇੰਪ੍ਰੈਸ਼ਨ ਬਿਲਡ ਕਰਨਗੀਆਂ ਬਿਕਾਜ਼ you guys are capable enough ਕਿ ਉਹਨਾਂ ਨੂੰ ਪ੍ਰੋਵਾਈਡ ਕਰਕੇ ਆਓ ਉੱਥੇ ਹਾਈਲਾਈਟਿੰਗ ਫੀਚਰਸ। Fine. So now what about body paragraphs? Either we should make 2 body paragraphs or 3 body paragraphs. Guys, in which thing you are comfortable? If you are comfortable with 2 body paragraphs, then make 2. ਜੇ 3 ਨਾਲ comfortable ਹੋ ਤਾਂ 3 ਬਣਾ ਕੇ ਆਓ। And yes, ਉਹਦੇ ਨਾਲ ਨਾਲ ਤੁਹਾਨੂੰ time management ਵੀ ਸਿੱਖਣੀ ਪਏਗੀ। ਇਹ ਨਾ ਹੋਵੇ ਕਿ ਤੁਸੀਂ ਉੱਥੇ 3 body paragraphs ਨੂੰ ਬਹੁਤ ਵਧੀਆ ਬਣਾਤਾ, elaborate ਕਰਤਾ, but ਤੁਹਾਡਾ conclusion miss ਹੋ ਗਿਆ, ਹੈ ਨਾ। ਫਿਰ task response ਦੇ ਤੁਹਾਡਾ band score ਹੀ ਨਹੀਂ ਆਏਗਾ, ਇੱਕ negative impression penalty ਮਿਲੇਗੀ ਤੁਹਾਨੂੰ। So if question demand ਕਰਦੇ items like what are the effects, what are the causes and what are the solutions or way outs, ਫਿਰ ਤੁਸੀਂ 3 body paragraphs ਬਣਾ ਸਕਦੇ ਹੋ, ਹੈ ਨਾ। ਕੋਈ ਅਗਰੀ ਡਿਸਅਗਰੀ ਦਾ ਕੁਐਸਚਨ ਆਇਆ, ਨਾਲ ਹੀ ਤੁਹਾਡਾ opinion ਪੁੱਛ ਲਿਆ, you could make 3 body paragraphs or you could define your opinion in the thesis or in the conclusion। ਤੁਸੀਂ ਇਸ ਤਰੀਕੇ ਨਾਲ ਵੀ ਕਰਕੇ ਆ ਸਕਦੇ ਹੋ। ਫਾਈਨ, it totally depends on you and your time management ਕਿ ਤੁਸੀਂ ਕਿਸ ਤਰ੍ਹਾਂ ਉੱਥੇ perform ਕਰਕੇ ਆਉਣੇ ਹੋ, ਉਹ ਤੁਹਾਡੇ ਤੇ ਡਿਪੈਂਡ ਕਰਦਾ। however there should be at least 2 body paragraphs, ਠੀਕ ਹੈ। total 4 paragraphs ਹੋਣੇ ਹੀ ਹੋਣੇ ਚਾਹੀਦੇ ਨੇ। Number 1 introduction, then body paragraph 1, body paragraph 2 and conclusion। ਇਸ ਤੋਂ ਘੱਟ ਕਦੇ ਵੀ ਨਾ ਬਣਾ ਕੇ ਆਓ। 5 ਤੁਸੀਂ ਬਣਾ ਸਕਦੇ ਹੋ, 6 ਲਈ ਵੀ ਤੁਸੀਂ ਜਾ ਸਕਦੇ ਹੋ, but 4 sufficient ਨੇ, more than sufficient ਨੇ। fine। Now how to write effective body paragraphs? ਜਦੋਂ body paragraph ਦੀ ਗੱਲ ਆਉਂਦੀ ਹੈ, then we write 14 to 15 or 15, 16, 17 lines ਤੱਕ ਤੁਸੀਂ ਲਿਖ ਸਕਦੇ ਹੋ, ਇਸ ਤੋਂ ਜ਼ਿਆਦਾ ਨਾ ਲਿਖ ਕੇ ਆਓ। fine। Now ਹੁਣ ਬੋਡੀ ਪੈਰਾਗ੍ਰਾਫ ਨੂੰ ਅਸੀਂ ਸਟਾਰਟ ਕਿਸ ਤਰ੍ਹਾਂ ਕਰੀਏ। ਤੁਹਾਨੂੰ ਕੋਈ ਵੀ ਬੋਡੀ ਪੈਰਾਗ੍ਰਾਫ ਆਇਆ, ਸਭ ਤੋਂ ਪਹਿਲਾਂ ਇੱਕ ਜਨਰਲ ਲਾਈਨ ਦਿਓ। ਮੀਨਸ BP1 ਦੇ ਸਟਾਰਟ ਕਰਨ ਦੀ ਤੁਸੀਂ ਇੱਕ ਜਨਰਲ ਲਾਈਨ ਦਿਓ। ਜਿਵੇਂ ਆਪਾਂ ਸਟਾਰਟ ਕਰ ਲੈਂਦੇ ਹਾਂ ਟੂ ਕਮੈਂਸ ਵਿਦ, ਹੈ ਨਾ, ਜਾਂ ਫਿਰ ਟੂ ਇਲੈਬੋਰੇਟ ਵਿਦ, ਹੈ ਨਾ। तो उस तरह तुसी लगा के वधिया कनैक्टर्स लगा के भी स्टार्ट कर सकते हो इफ यू आर अ एकेडमिक स्टूडेंट। बट जे तुसी GT स्टूडेंट हो तो तुसी डायरेक्ट स्टार्ट कर सकते हो, बट एक जनरल लाइन बहुत जरूरी है, दैट इज मस्ट। जनरल लाइन देने तो बाद तुसी अपना मेन आइडिया लिखो, ठीक है। मेन आइडिया तुहाडा मतलब वो एक लाइन का आइडिया होना चाहिए। सपोज वी गेट एसे, सानू एसे स्टेटमेंट आया
few and few people want to become teachers these days है ना, ਉਹਦੇ reasons ਕੀ ਨੇ ਤੇ ਉਹਦੇ causes ਕੀ ਨੇ ਜਾਂ ਕੁਝ ਵੀ problematic ਐਸੇ ਆ ਗਿਆ, ਠੀਕ ਹੈ, ਤਾਂ ਉਹਦਾ ਤੁਸੀਂ ਮੇਨ ਆਈਡੀਆ ਦੇਣਾ, ਲਾਈਕ ਇੱਥੇ ਤੁਸੀਂ ਮੇਨ ਆਈਡੀਆ ਦੇਣਾ। ਬਹੁਤ ਘੱਟ ਲੋਕ ਅੱਜ ਕੱਲ੍ਹ ਟੀਚਰਸ ਬਣਨਾ ਚਾਹੁੰਦੇ ਨੇ, ਕਿਉਂ? ਨੰਬਰ 1 ਸਾਡੇ ਦਿਮਾਗ ਦੇ ਵਿੱਚ ਪਹਿਲਾਂ ਹੀ ਆਇਆ ਕਿ ਸੈਲਰੀ ਘੱਟ ਮਿਲਦੀ ਹੈ ਟੀਚਰਸ ਨੂੰ, ਸੋ ਸੈਲਰੀ ਵੁੱਡ ਬੀ ਆਰ ਮੇਨ ਆਈਡੀਆ, ਠੀਕ ਹੈ। ਤਾਂ ਤੁਸੀਂ ਇੱਥੇ ਸੈਲਰੀ ਵਾਲਾ ਲਿਖੋਗੇ, ਉਹਨੂੰ ਇੱਕ ਲਾਈਨ 'ਚ ਕੰਪਲੀਟ ਕਰ ਦਿਓ ਸੈਲਰੀ ਵਾਲਾ ਲਿਖ ਕੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਲਾਈਨ ਤੋਂ ਵਧੀਆ ਕਨੈਕਟਰ ਲਗਾ ਕੇ ਉਹਦੀ ਇਲੈਬੋਰੇਸ਼ਨ ਸਟਾਰਟ ਕਰੋ, ਮੀਨਸ ਯੂ ਹੈਵ ਟੂ ਗਿਵ ਸਬ ਆਈਡੀਆਜ਼, ਦੈਨ ਆਪਣੇ ਸਬ ਆਈਡੀਆਜ਼ ਪਰਫਾਰਮ ਕਰਨੇ ਸਟਾਰਟ ਕਰੋ। ਫਾਈਨ, ਹੁਣ ਸਬ ਆਈਡੀਆਜ਼ ਹੋ ਗਏ। ਉਸ ਤੋਂ ਬਾਅਦ if you could give example ਤਾਂ ਉੱਥੇ example ਵੀ ਜ਼ਰੂਰ ਦੇ ਕੇ ਆਓ, ਮੀਨਸ ਇੱਕ example BP1 ਦੇ ਵਿੱਚ ਦੇ ਦਿਓ, ਇੱਕ example BP2 ਦੇ ਵਿੱਚ ਦੇ ਦਿਓ। ਐਂਡ ਸਮਟਾਈਮਸ question demands ਉੱਥੇ ਲਿਖਿਆ ਹੁੰਦਾ give relevant examples of your own opinion ਹੈ ਨਾ, ਜਾਂ ਫਿਰ provide some relevant examples, ਉਸ ਕੇਸ ਦੇ ਵਿੱਚ example ਦੇਣਾ mandatory ਬਣ ਜਾਂਦਾ ਹੈ, remember guys। ਫਾਈਨ, ਤਾਂ ਮੈਂ ਇੱਥੇ ਜਨਰਲ ਲਾਈਨ ਤੋਂ ਸਟਾਰਟ ਕੀਤਾ, फिर मैं अपना मेन आइडिया दिता, उस तो बाद मैं इलैबोरेशन भी करती एंड दैन मैं एग्जाम्पल देती। इत्थे खत्म हुंदा है मेरा BP1 दा फर्स्ट मेन आइडिया। नाउ हुण BP1 दे विच तुसीं एक आइडिया अगर लिखना चाहो, उहनूं प्रॉपर इलैबोरेट कर रहे हो, सपोज इत्थे तक आंदे आंदे तुसीं इन्ना वधिया इलैबोरेट कीता कि तुहाडी लाइन्स कंप्लीट हो गईयां, मीनस तुसीं जिन्ना क लिखना सी, वर्ड लिमिट जिन्नी क लिखनी सी, ਉਹ तुहाडी कंप्लीट हो गई। दैन ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸੈਕਿੰਡ ਆਈਡੀਆ ਵੀ ਪ੍ਰੋਵਾਈਡ ਕਰੋ, ਇਹ ਵੀ ਤੁਸੀਂ ਕਰ ਸਕਦੇ ਹੋ। BP1 ਦੇ ਵਿੱਚ ਤੁਸੀਂ ਇੱਕ ਆਈਡੀਆ ਦੇ ਦਿਓ, BP2 ਦੇ ਵਿੱਚ 2 ਦੇ ਦਿਓ, ਔਰ ਯੂ ਕੁਡ ਡੂ ਵਾਈਸ ਵਰਸਾ, ਠੀਕ ਹੈ। ਬਟ ਜਿਹੜੀ ਵੀ ਚੀਜ਼ ਤੁਸੀਂ ਲਿਖ ਕੇ ਆ ਰਹੇ ਹੋ, ਜਿੰਨਾ ਵੀ ਲਿਖ ਕੇ ਆ ਰਹੇ ਹੋ, ਉਹ ਪ੍ਰੋਪਰ ਇਲੈਬੋਰੇਟ ਕਰਕੇ ਆਓ। ਨਾਓ ਆਈ ਹੈਵ ਐਨਕਾਊਂਟਰਡ ਸੋ ਮੈਨੀ ਸਟੂਡੈਂਟਸ, ਉਹ ਕੀ ਕਰਦੇ ਨੇ, ਸਪੋਜ਼ ਦਿਸ ਇਜ਼ ਯੂਅਰ ਆਨਸਰ ਸ਼ੀਟ, ਇੱਥੋਂ ਤੁਸੀਂ ਆਪਣਾ BP1 ਲਿਖਣਾ ਸਟਾਰਟ ਕੀਤਾ, पहली लाइन के विच फर्स्टली लिख के या फिर मोर ओवर कुछ भी लिख के उन्होंने पहला आइडिया देता है ना, फिर इत्थे उन्होंने दूसरा आइडिया देता, फिर इन एडिशन टू करके थर्ड आइडिया देता, फिर फोर्थ आइडिया भी देता। गाइस दिस इज द रॉन्ग मैथडोलॉजी है ना। एग्जामिनर ये डिमांड नहीं करते कि तुसी उत्थे किन्ने आइडियाज प्रेजेंट कर सकते हो, एग्जामिनर डिमांड करते हैं कि किन्ने घट तो घट आइडिया तुसी वधिया तरीके नाल इलैबोरेट कर सकते हो। सो यू हैव टू मेक दिस थिंग वेरी क्लीयर, प्रॉपर माइंडसैट अपना बनाओ कि अगर एक आइडिया प्रेजेंट कर रहे हो या 2 आइडियाज प्रेजेंट कर रहे हो, विद प्रॉपर इलैबोरेशन तुसी उन्होंने करके आना है। फाइन, सो फर्स्ट आइडिया साडा कंप्लीट हो गया, दैन विल जंप ऑन टू द सेकंड आइडिया। सपोज फर्स्ट आइडिया सैलरी सीगा कि सैलरी करके लोग घट टीचर्स बनते हैं। सेकंड आइडिया हो सकता वर्क प्रेशर है या बर्डनसम है, सो बर्डनसम और वर्क प्रेशर विल बी आर सेकंड आइडिया। फिर ओदी पैराग्राफ के विच सानू सेकंड आइडिया प्रोवाइड करने के लिए जनरल लाइन देने की कोई जरूरत नहीं है। फिर असी मेन आइडिया बर्डनसम हो गया, उस तो स्टार्ट करांगे है ना। अपार्ट फ्रॉम इट, इन एडिशन टू इट, तुसी इस तरह की वधिया वधिया कनैक्टर्स और लिंकर्स लगा सकते हो। दैन सब आइडिया नू प्रॉपर इलैबोरेट करांगे असी, एंड ਇਹਦੇ ਵਿੱਚ एग्जाम्पल देने की जरूरत नहीं है, बिकॉज सेम बॉडी पैराग्राफ ਦੇ ਵਿੱਚ ਅਸੀਂ लिख रहे हैं। याद रखियो एक BP ਦੇ ਵਿੱਚ सिर्फ एक एग्जाम्पल मोर दैन सफिशिएंट ਹੁੰਦਾ है। हाउएवर एंड दे विच उन्होंने एंड करना, सम अप करना बहुत जरूरी है, ठीक है। दिस इज आवर आंसर शीट। असी इथों BP1 लिखना स्टार्ट किया, इत्थे तक साडा फर्स्ट आइडिया हो गया। फिर असी कनैक्टर लगा के सपोज अपार्ट फ्रॉम इट लगाया, असी अपना सेकंड आइडिया भी देता, इत्थे खत्म हो गया। उस तो बाद उसी BP दे विच उन्होंने कंक्लूड करना, एंड करना बहुत जरूरी है। किस तरह, हैंस, दस, देयरफॉर, देयरअपॉन कुछ भी लगा के तुसी उन्होंने हैंस ड्यू टू दीज रीजनस या कुछ भी करके जिमें भी तुसी लिख रहे हो है ना, प्रॉपर इलैबोरेट कर रहे हो, उस तरीके नाल लिख के उन्होंने एंड अप करो कि ये कारणा करके टीचर्स बहुत ज़्यादा लोग टीचर्स नहीं बनना चाहते, वट कोई भी ऐसे आया तुसी कुछ भी लिख रहे हो। फाइन, सो आई होप नाउ इट इज़ वेरी क्लियर टू यू गाइज कि किस तरह लिख के आना है। नाउ कम्स BP2। वर्ड लिमिट फॉर BP2 इज एग्जैक्टली एज सेम एज यू राइट इन BP1। अगर BP1 ਦੇ ਵਿੱਚ ਤੁਸੀਂ 14-15 ਲਾਈਨਸ ਲਿਖ ਕੇ ਆਏ ਹੋ ਤਾਂ ਇਹਦੇ ਵਿੱਚ 14-15 ਲਿਖੋ, ਜਾਂ 16-17 ਇੱਕ ਦੋ ਲਾਈਨ ਉੱਪਰ ਨੀਚੇ ਹੋ ਸਕਦੀ ਹੈ। ਬਟ ਇਹ ਨਾ ਕਰਕੇ ਆਓ ਕਿ ਅਗਰ ਤੁਸੀਂ BP1 ਨੂੰ 17-18 ਲਾਈਨਸ ਤੱਕ ਲੈ ਗਏ ਬਟ BP2 ਨੂੰ ਤੁਸੀਂ ਸਿਰਫ 10-12 ਲਾਈਨਸ ਤੇ ਹੀ ਛੱਡਦਾ, ਫਿਰ ਉਹ ਦੇਖਣ ਨੂੰ ਵੀ ਨਹੀਂ ਵਧੀਆ ਲੱਗਦਾ। ਐਂਡ टास्क रिस्पॉन्स ਦੇ ਵਿੱਚ ਪੈਰਾਗ੍ਰਾਫਿੰਗ ਲੌਜੀਕਲੀ ਦੇ ਮਾਰਕਸ ਵੀ ਤੁਹਾਡੇ ਕੱਟਣਗੇ, ਉੱਥੇ ਬੈਂਡ ਸਕੋਰ ਡਿਡਕਟ ਹੋਏਗਾ। ਫਾਈਨ, ਨਾਓ BP2 ਨੂੰ ਵੀ ਅਸੀਂ ਐਗਜ਼ੈਕਟ ਸੇਮ ਵੇ ਦੇ ਵਿੱਚ ਲਿਖਦੇ ਹਾਂ। ਲਾਈਕ ਉਹਦੇ ਵਿੱਚ ਅਗਰ ਅਸੀਂ 2 ਆਈਡੀਆਜ਼ ਪ੍ਰੈਜ਼ੈਂਟ ਕਰ ਰਹੇ ਹਾਂ, ਫਸਟ ਆਫ ਆਲ ਵੀ ਹੈਵ ਟੂ ਗਿਵ ਜਨਰਲ ਲਾਈਨ, ਮੇਨ ਆਈਡੀਆ, ਫਿਰ ਸੇਮ ਵੇ ਅਸੀਂ ਸਬ ਆਈਡੀਆ ਦੇ ਕੇ ਉਹਨੂੰ ਇਲੈਬੋਰੇਟ ਕਰਾਂਗੇ, ਦੈਨ ਐਗਜ਼ਾਮਪਲ ਦੇਵਾਂਗੇ। ਇੰਪੋਰਟੈਂਟ ਥਿੰਗ ਇਜ਼ ਜਦੋਂ ਤੁਸੀਂ BP1 ਦੇ ਵਿੱਚ ਐਗਜ਼ਾਮਪਲ ਦਿੰਦੇ ਹੋ, देयर एग्जाम्पल शुड बी डायरैक्ट, ਤੁਸੀਂ ਉੱਥੇ डायरैक्ट एग्जाम्पल प्रोवाइड कर सकते हो, ठीक है। लाइक
ਫॉर इंस्टेंस है ना, टू एग्जैम्पलीफाई तुम इस तरीके नाल एग्जाम्पल्स दे के आ सकते हो। हाउएवर उत्थे एक चीज़ का बहुत ज़्यादा ध्यान रखो, कदे भी सर्विस वाली एग्जाम्पल्स ना दे के आओ, ठीक है। अकॉर्डिंग टू मी सर्विस वाली एग्जाम्पल्स की हुंदा, क्रैम्ड एग्जाम्पल्स होंदियां ने, जे तुसीं वो यूज़ करोगे नेगेटिव इंप्रैशन पएगा, ठीक है। बट अगर तुसीं एग्जाम्पल देनी है, क्वेश्चन भी डिमांड कर रहे हैं पर तुहानूं नहीं आ रही, फिर सर्कमस्टेंसिस यू कुड राइट बट अवॉइड करो जिन्ना हो सके, ठीक है। एंड इन BP2 ऑलवेज प्रोवाइड हिडन एग्जाम्पल, मीनस इनू डायरैक्ट एग्जाम्पल ना दो, टू फॉर एग्जाम्पल है ना, टू फॉर इंस्टेंस करके ना एग्जाम्पल दो, हिडन एग्जाम्पल जो इलैबोरेट कर रहे हो ना उहदे नाल ही उहनूं ऐड ऑन कर दो। एंड इफ यू गाइज डोंट नो कि हिडन एग्जाम्पल्स और डायरैक्ट एग्जाम्पल्स दा की डिफरेंस है और किस तरह देईदा है, डू राइट मी इन द कॉमेंट सेक्शन। I'll make a different video to clarify your doubts, fine? So second जो reason लिखोगे, same way main idea, there should be sub idea, proper elaboration होनी चाहिए, and same way as BP1 ਨੂੰ ਅਸੀਂ end ਕੀਤਾ ਸੀ, BP2 ਨੂੰ ਵੀ ਅਸੀਂ end ਕਰਾਂਗੇ। ਅਗਰ ਅਸੀਂ ਉੱਥੇ hence thus use ਕੀਤਾ, ਇੱਥੇ therefore, thereupon, henceforth ਤੁਸੀਂ ਕੋਈ ਵੀ connector use ਕਰ ਸਕਦੇ। सो गाइज इत्थे समझना बहुत जरूरी है कि सब तो पहला जो भी तुसी कोई भी पैराग्राफ लिख रहे हो, ईदर यू आर राइटिंग BP1, BP2 और BP3, सब तो पहला देयर शुड बी अ गुड जनरल लाइन, जनरल स्टेटमेंट होनी चाहिए। दैन मेन आइडिया अपना प्रॉपर एक लाइन दे विच मेन आइडिया अपना दो, उन्होंने प्रॉपर सब आइडियाज इलैबोरेट करो कि अगर टीचर्स की सैलरी घट करके वो लोग टीचर्स नहीं बनना चाह रहे, उन्होंने वर्क प्रैशर है, वो क्यों है। मीनस एग्जामिनर ਨੂੰ पढ़ते पढ़ते ये ना होवे कि बच्चा इत्थे कुछ कहना चाह रहा सी बट मैनू नहीं समझ आ रहा। सो एग्जामिनर के माइंड दे विच पढ़ते पढ़ते कोई भी क्वेश्चन मार्क नहीं होना चाहिए, चीज़ां तुहाडे आइडियाज वन ऑन वन उत्थे फ्लो करने चाहिए आ। दैन बिलीव मी गाइज, आई कुड बैट तुहाडा 7 बैंड स्कोर किते भी नहीं गया, फाइन। Now comes to the conclusion. You could write 4 to 6, 4 to 5 lines, कुछ भी तुसी lines लिख के आ सकते हो। And guys always remember conclusion जो असी लिखते हैं, as introduction is our first impression, conclusion is our last impression, and last impressions last long, है ना। तो इंप्रैशन इस तरह का बनाओ कि एग्जामिनर ਨੂੰ कंक्लूजन पढ़ के मजा आ जाए, उन्हें पता लगे कि हाँ बच्चे ने प्रॉपर एंडिंग की है एज इट शुड बी, है ना, जिवें होनी चाहिए उस तरह सेम वे दे विच एंडिंग की है। एंड ऑलवेज रिमेंबर कदे भी कंक्लूजन दे विच कोई नवी चीज़ इंट्रोड्यूस ना करो, ये ना होवे कि वो सारी चीज़ की गल किसी भी आइडिया की किसी भी टॉपिक की गल तुहाडे फुल ऐसे दे विच तां नहीं हुई, इट वॉज नॉट इंक्लूडिड इन योर इंट्रोडक्शन और बीपीज दे विच नहीं सी, बट तुसीं उहनूं अचानक ले आए एकदम कंक्लूजन दे विच, ये ब्लंडर उत्थे कमिट ना करके आओ, बिकॉज कंक्लूजन दे विच असीं एंड करन जा रहे हां, जो असीं ऊपर लिखिया उहनूं असीं एंड कर रहे, असीं एग्जामिनर नूं दस रहे हां कि हुण असीं एंड कर रहे हां। सो एंडिंग एक बहुत इंप्रैसिव वे दे विच होनी चाहिए है, लाइक यू हैव टू पैराफ्रेज द स्टेटमेंट। क्वेश्चन की जिहड़ी स्टेटमेंट हुंदी है मेन स्टेटमेंट, उहनूं असीं एक बार पैराफ्रेज करदे हां इन द इंट्रोडक्शन, एंड सेकंड टाइम असीं उहनूं पैराफ्रेज करदे हां विद डिफरेंट सिनोनिम्स इन द कंक्लूजन, है ना, उत्थे। एंड ਉਹਦੇ ਨਾਲ ਅਸੀਂ ਪ੍ਰੋਵਾਈਡ ਕਰਦੇ ਹਾਂ 2 ਮੇਨ ਆਈਡੀਆਜ਼। ਹੁਣ ਦੇਖੋ ਜਦੋਂ ਇੰਟਰੋਡਕਸ਼ਨ ਮੈਂ ਤੁਹਾਨੂੰ ਸਮਝਾਈ ਸੀ, ਉੱਥੇ ਮੈਂ ਕਿਹਾ ਸੀ ਥੀਸਿਸ ਦੇ ਵਿੱਚ ਹਮੇਸ਼ਾ ਤੁਸੀਂ ਕੀ ਕਰਕੇ ਆਓਗੇ, ਮੇਨ ਆਈਡੀਆਜ਼ ਦੇ ਦੋਗੇ। ਸਪੋਜ਼ ਜਿਹੜਾ BP1 ਆਪਾਂ ਡਿਸਕਸ ਕੀਤਾ ਸੀ ਹੁਣੀ, ਉਹਦੇ 2 BP1 ਦੇ 2 ਆਈਡੀਆਜ਼ ਸੀ। ਨੰਬਰ 1 ਵਾਸ ਸੈਲਰੀ, है ना, एंड नंबर 2 वाज बर्डनसम, ठीक है। इस तरह ही ਜਿਹੜਾ ਤੁਹਾਡਾ BP1 ਸੀ, BP2 ਦੇ ਵੀ A ਤੇ B ਕੋਈ ਵੀ ਮੇਨ ਆਈਡੀਆਜ਼ ਹੋਣਗੇ। ਸੋ ਆਪਾਂ ਕੀ ਕੀਤਾ ਸੀ, ਜਿਹੜਾ ਸੈਲਰੀ ਸੀਗਾ ਤੇ A ਵਾਲਾ ਸੀ, ਇਹਨਾਂ ਦੋਨਾਂ ਨੂੰ ਤਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਲਿਖਤਾ ਸੀ ਇਨ ਥੀਸਿਸ। ਹਾਊਐਵਰ ਜਿਹੜੇ ਸਾਡੇ ਬਚ ਗਏ ਬਰਡਨਸਮ ਤੇ A ਵਾਲਾ ਜਿਹੜਾ ਬਚ ਗਿਆ, ਉਹਨਾਂ ਨੂੰ ਅਸੀਂ ਲਿਖ ਦਾਂਗੇ ਇਨ योर conclusion. So this is the exact way how you should or how you ought to end your essay, whether you are GT or academic students. So that's all for today's video. The main purpose of this video is to make you guys understand the exact format, how you should write a complete and effective essay, fine. So ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਆਈ ਹੋਏਗੀ, but if you have any doubts or queries, do write me in the comment section, or if you want me to more such content, then also do write me in the comment section. And yes guys, if you find the video useful and helpful, please subscribe to my channel and share the video with your friends. Thank you so much, bye bye, take care.